ਹੈਲੋ एवरीवन। सो ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਪੰਜਾਬੀ ਗ੍ਰਾਮਰ ਦੀ ਸੀਰੀਜ਼ ਨੂੰ ਸਟਾਰਟ ਕੀਤਾ ਹੋਇਆ ਹੈ ਤੇ ਆਪਾਂ ਪੰਜਾਬੀ ਗ੍ਰਾਮਰ ਨੂੰ ਆਪਣੇ ਪੰਜਾਬ ਦੇ ਗਵਰਨਮੈਂਟ ਐਗਜ਼ਾਮਸ ਦੇ ਕਵਰ ਕਰ ਰਹੇ ਹਾਂ। ਤੁਹਾਨੂੰ ਪਤਾ ਹੈ ਕਿ ਹਰ ਐਗਜ਼ਾਮ ਦੇ ਵਿੱਚ ਮੈਕਸਿਮਮ 15 ਤੋਂ 20 ਮਾਰਕਸ ਦੀ ਜੋ ਪੰਜਾਬੀ ਗ੍ਰਾਮਰ ਪੁੱਛੀ ਜਾਂਦੀ ਹੈ ਤੇ ਮੋਸਟ ਆਫ ਬੱਚੇ ਕੀ ਕਰਦੇ ਨੇ, ਇਸ ਪੋਰਸ਼ਨ ਨੂੰ ਸਕਿਪ ਕਰ ਦਿੰਦੇ ਨੇ ਇਹ ਸੋਚ ਕੇ ਕਿ ਸਾਨੂੰ ਆਉਂਦੀ ਹੈ। ਬਟ ਕਈ ਵਾਰ ਕੁਐਸਚਨ ਇਸ ਤਰੀਕੇ ਦੇ ਨਾਲ ਘੁਮਾ ਕੇ ਪੁੱਛ ਲਏ ਜਾਂਦੇ, ਸਾਨੂੰ ਪਤਾ ਤਾਂ ਹੁੰਦਾ ਬਟ ਇੱਕ ਵਾਰ ਰਿਵਾਈਜ਼ ਨਹੀਂ ਕੀਤਾ ਹੁੰਦਾ, ਦੈਟਸ ਵਾਈ ਆਪਾਂ ਆਨਸਰ ਨਹੀਂ ਕਰ ਪਾਉਂਦੇ। ਸੋ ਆਪਾਂ ਉਸੇ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਇਹ ਆਪਾਂ ਵੀਡੀਓਜ਼ ਲੈ ਕੇ ਆਏ ਹਾਂ। ਇੱਕ ਤਰੀਕੇ ਦੀ ਤੁਹਾਡੇ ਲਈ ਇੱਕ ਰਿਲੈਕਸਿੰਗ ਵੀਡੀਓਜ਼ ਹੋਣਗੀਆਂ। ਕੁਝ ਜ਼ਿਆਦਾ ਬਰਡਨ ਦੇ ਕੇ ਨਹੀਂ ਪੜ੍ਹਨਾ, ਜਸਟ ਸਮਝਣ ਦੀ ਇੱਕ ਸੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਜ਼ਿਆਦਾ ਦਿਮਾਗ ਵੀ ਨਹੀਂ ਲਾਉਣਾ, ਜਸਟ ਇੱਕ ਸੁਣਨਾ ਹੈ ਤੇ ਉਹੀ ਤੁਸੀਂ ਜਾ ਕੇ ਐਗਜ਼ਾਮ ਦੇ ਵਿੱਚ ਕੁਐਸਚਨ ਦੇ ਆਨਸਰ ਕਰਨੇ ਨੇ। ਬਿਕਾਜ਼ ਫਸਟਲੀ ਆਪਾਂ ਥਿਊਰੀ ਨੂੰ ਡਿਸਕਸ ਕਰਾਂਗੇ, ਆਫਟਰ ਦੈਟ ਪ੍ਰੀਵੀਅਸ ਈਅਰ 10 ਇਅਰਸ ਜਿਹੜੇ ਕੁਐਸਚਨਸ ਟੌਪਿਕ ਦੇ ਵਿੱਚ ਐਗਜ਼ਾਮ ਦੇ ਵਿੱਚ ਪੁੱਛੇ ਗਏ ਨੇ ਇਸ ਟੌਪਿਕ ਦੇ ਰਿਲੇਟਡ, ਪੰਜਾਬੀ ਗ੍ਰਾਮਰ ਦੇ ਟੌਪਿਕਸ ਦੇ ਰਿਲੇਟਡ, ਉਹਨਾਂ ਸਾਰੇ ਹੀ MCQs ਨੂੰ ਆਪਾਂ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਸੋ ਪਹਿਲਾਂ ਆਪਾਂ ਇਸ ਤੋਂ ਪਹਿਲਾਂ ਨਾਮ ਨੂੰ ਡਿਸਕਸ ਕਰ ਚੁੱਕੇ ਹਾਂ ਤੇ ਅੱਜ ਆਪਣੀ ਸੈਕਿੰਡ ਵੀਡੀਓ ਹੈ ਜਿਹਦੇ ਵਿੱਚ ਆਪਾਂ ਪੜ੍ਹਨਾਂਵ, ਸੈਕਿੰਡ ਟੌਪਿਕ ਹੈ ਸਾਡਾ ਪੰਜਾਬੀ ਗ੍ਰਾਮਰ ਦਾ ਪੜ੍ਹਨਾਂਵ, ਉਸ ਨੂੰ ਡਿਸਕਸ ਕਰਾਂਗੇ ਜਿਸ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਨੇ ਪ੍ਰਨਾਉਨ। ਅਗਰ ਦੇਖਿਆ ਜਾਵੇ ਪਹਿਲਾਂ ਆਪਾਂ ਦੇਖਿਆ ਸੀ ਕਿ ਨਾਂਵ ਕੀ ਹੁੰਦਾ ਹੈ ਤੇ ਉਹਦੇ ਅੱਗੇ ਪੜ੍ਹਨਾਂਵ ਪਾਤਾ। ਸੋ ਇੰਨਾ ਕੁ ਸਿੰਪਲ ਵਰਡਸ ਦੇ ਵਿੱਚ ਯਾਦ ਰੱਖਣਾ ਹੈ ਕਿ ਜੋ ਨਾਂਵ ਦੀ ਜਗ੍ਹਾ ਦੇ ਵਿੱਚ ਉੱਤੇ ਜਿਨ੍ਹਾਂ ਸ਼ਬਦਾਂ ਨੂੰ ਵਰਤਿਆ ਜਾਂਦਾ ਹੈ, ਨਾਂਵ ਕੀ ਹੁੰਦੇ ਨੇ? ਨਾਂਵ ਹੁੰਦਾ ਹੈ ਕਿਸੇ ਇਨਸਾਨ ਦਾ ਨਾਮ, ਕਿਸੇ ਜੀਵ ਦਾ ਨਾਮ ਜਾਂ ਕਿਸੇ ਵੀ ਵਸਤੂ ਦਾ ਨਾਮ, ਠੀਕ ਹੈ। ਤੇ ਉਹਨਾਂ ਨਾਵਾਂ ਦੀ ਜਗ੍ਹਾ ਤੇ ਅਗਰ ਅਸੀਂ ਕੁਝ ਸਬਸਟੀਟਿਊਸ਼ਨ ਕਰਨੀ ਹੈ, ਉਹਨਾਂ ਨਾਵਾਂ ਦੀ ਜਗ੍ਹਾ ਤੇ ਜਿਹੜੇ ਸ਼ਬਦਾਂ ਨੂੰ ਵਰਤਿਆ ਜਾਂਦਾ ਹੈ ਉਹਨਾਂ ਨੂੰ ਕੀ ਕਹਿੰਦੇ ਨੇ? ਪੜ੍ਹਨਾਂਵ ਕਹਿੰਦੇ ਨੇ। ਸੋ ਚਲੋ ਆਪਾਂ ਡਿਸਕਸ ਕਰਦੇ ਹਾਂ। ਕਹਿੰਦੇ ਕਿਸੇ ਵਾਕ ਵਿੱਚ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਕੀ ਕਹਿੰਦੇ ਨੇ? ਪੜ੍ਹਨਾਂਵ ਕਹਿੰਦੇ ਨੇ। ਕਹਿੰਦੇ ਕਿਸੇ ਵੀ ਵਾਕ ਦੇ ਵਿੱਚ ਨਾਮ ਦੀ ਜਗ੍ਹਾ ਦੇ ਉੱਤੇ ਵਰਤਣ ਵਾਲੇ ਸ਼ਬਦ ਨੂੰ ਕੀ ਕਹਿੰਦੇ ਨੇ? ਪੜ੍ਹਨਾਂਵ ਕਿਹਾ ਜਾਂਦਾ ਹੈ। ਹੁਣ ਤੁਸੀਂ ਖੁਦ ਸੋਚ ਲਓ ਕਿ ਪੜ੍ਹਨਾਂਵ ਦੀ ਲੋੜ ਕਿਉਂ ਪਈ ਹੈ? ਪੜ੍ਹਨਾਂਵ ਕਿਉਂ, ਨਾਮ ਨਾਲ ਕਿਉਂ ਨਹੀਂ ਸੀ ਸਰਦਾ? ਦੇਖੋ, ਅਗਰ ਅਸੀਂ ਕਿਸੇ ਦੇ ਨਾਮ ਦੇ ਉੱਤੇ ਲੇਖ ਲਿਖਣਾ ਹੈ, ਅਗਰ ਮਾਈ ਬੈਸਟ ਫਰੈਂਡ ਲਿਖਣਾ, ਮੇਰਾ ਮਿੱਤਰ ਲਿਖਣਾ, ਆਪਾਂ ਇੱਕ ਵਾਰ ਦੱਸਾਂਗੇ ਕਿ ਮੇਰੇ ਮਿੱਤਰ ਦਾ ਨਾਮ ਰਮਨਦੀਪ ਸਿੰਘ ਹੈ। ਮੇਰੇ ਜੋ ਲੇਖ ਹੈ ਉਸ ਨੂੰ ਕਿਵੇਂ ਲਿਖਾਂਗੇ? ਕਹਿੰਦੇ ਪਹਿਲਾਂ ਮੇਰੇ ਬਹੁਤ ਸਾਰੇ ਮਿੱਤਰ ਹਨ, ਮੇਰੇ ਮਿੱਤਰ ਦਾ ਨਾਮ ਰਮਨਦੀਪ ਸਿੰਘ ਹੈ, ਰਮਨਦੀਪ ਬਹੁਤ ਇੰਟੈਲੀਜੈਂਟ ਹੈ, ਰਮਨਦੀਪ ਦੇ ਮਾਤਾ ਇਹ ਕਰਦੇ ਹਨ, ਰਮਨਦੀਪ ਦੇ ਪਿਤਾ ਇਹ ਕਰਦੇ ਹਨ, ਰਮਨਦੀਪ ਐਵੇਂ ਹੈ, ਰਮਨਦੀਪ ਉਵੇਂ ਹੈ। ਸੋ ਅਗਰ ਆਪਾਂ ਨਾਮ ਨੂੰ ਹੀ ਇੰਨਾ ਜ਼ਿਆਦਾ ਲਿਖ ਲਾਂਗੇ ਤਾਂ ਲੇਖ ਕੁਝ ਵੀ ਇੰਟਰਸਟਿੰਗ ਨਹੀਂ ਰਹੇਗਾ, ਉਸ ਨੂੰ ਪੜ੍ਹਨ ਦੇ ਵਿੱਚ ਸਵਾਦ ਹੀ ਨਹੀਂ ਆਏਗਾ। ਬਟ ਜਦੋਂ ਅਸੀਂ ਲਿਖਾਂਗੇ ਕਿ ਮੇਰੇ ਬਹੁਤ ਸਾਰੇ ਮਿੱਤਰ ਹਨ ਬਟ ਮੇਰਾ ਬੈਸਟ ਫਰੈਂਡ, ਮੇਰਾ ਪੱਕਾ ਮਿੱਤਰ ਰਮਨਦੀਪ ਸਿੰਘ ਹੈ, ਉਸ ਦੀ ਉਮਰ ਇੰਨੀ ਹੈ, ਉਹ ਇਸ ਖੇਡ ਦੇ ਵਿੱਚ ਇੰਟਰਸਟਿਡ ਹੈ, ਉਹ ਸਾਡੀ ਕਲਾਸ ਦਾ ਮੋਨੀਟਰ ਹੈ, ਉਸ ਦੇ ਮਾਤਾ ਪਿਤਾ ਐਵੇਂ ਹਨ। ਸੋ ਜਦੋਂ ਅਸੀਂ ਉਸ ਦੀ ਨਾਮ ਦੀ ਜਗ੍ਹਾ ਹੋਰ ਵਰਡਸ ਦੀ, ਉਹ, ਉਸਦਾ, ਉਹਦੇ, ਉਹ, ਇਹ, ਉਹ, ਸੋ ਇਹਨਾਂ ਵਰਡਸ ਦੀ ਜਦੋਂ ਯੂਜ਼ ਕਰਦੇ ਆ ਤਾਂ ਕੀ ਆ ਜਾਂਦਾ ਹੈ? ਉਹ ਇੱਕ ਇੰਟਰਸਟਿੰਗ, ਇੱਕ ਸੈਂਸੇਬਲ ਚੀਜ਼ ਲੱਗਣ ਲੱਗ ਜਾਂਦੀ ਹੈ, ਜਿਸ ਕਰਕੇ ਸਾਨੂੰ ਨਾਮ ਦੀ ਜਗ੍ਹਾ ਤੇ ਕੁਝ ਵਰਡਸ ਨੂੰ ਯੂਜ਼ ਕਰਨ ਦੀ ਲੋੜ ਪਈ ਹੈ ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਆ? ਪੜ੍ਹਨਾਂਵ ਕਹਿੰਦੇ ਆ। ਸੋ ਕਹਿੰਦੇ ਪੜ੍ਹਨਾਂਵ ਦਾ ਲਾਭ ਇਹ ਹੁੰਦਾ ਹੈ ਕਿ ਜਿਹੜੇ ਨਾਂਵ ਇੱਕ ਵਾਕ ਵਿੱਚ ਪਹਿਲਾਂ ਆ ਚੁੱਕੇ ਹਨ ਉਹਨਾਂ ਨੂੰ ਵਾਰ-ਵਾਰ ਦੁਹਰਾਉਣ ਦੀ ਲੋੜ ਨਹੀਂ ਪੈਂਦੀ। ਕਹਿੰਦੇ ਪੜ੍ਹਨਾਂਵ ਦੀ ਵਰਤੋਂ ਨਾਲ ਕੀ ਹੁੰਦਾ ਹੈ? ਕਿਸੇ ਨਾਮ ਜੋ ਇੱਕ ਵਾਰ ਆ ਚੁੱਕਿਆ ਸਾਡੇ ਯੂਜ਼ ਦੇ ਵਿੱਚ, ਉਹਨੂੰ ਵਾਰ-ਵਾਰ ਦੁਹਰਾਉਣ ਦੀ ਲੋੜ ਨਹੀਂ ਪੈਂਦੀ। ਜਿਵੇਂ ਰਵੀ ਨੇ ਫੈਸਲਾ ਕਰ ਲਿਆ ਹੈ ਕਿ ਰਵੀ ਬਹੁਤ ਮਿਹਨਤ ਕਰੇਗਾ ਤੇ ਪਾਸ ਹੋ ਜਾਵੇਗਾ। ਰਵੀ ਦੇ ਇਸ ਫੈਸਲੇ ਨਾਲ ਰਵੀ ਦੇ ਮਾਤਾ ਤੇ ਅਧਿਆਪਕ ਖੁਸ਼ ਹਨ। ਹੁਣ ਤੁਸੀਂ ਦੇਖੋ, ਆਪਾਂ ਰਵੀ ਬਾਰੇ ਗੱਲ ਕੀਤੀ ਹੈ ਤੇ 2 ਲਾਈਨਾਂ ਦੇ ਵਿੱਚ ਆਪਾਂ 4 ਵਾਰ ਅਗਰ ਰਵੀ ਵਰਡ ਨੂੰ ਯੂਜ਼ ਕਰਾਂਗੇ ਤਾਂ ਉਹ ਪੜ੍ਹਨ ਦੇ ਵਿੱਚ ਕੀ ਨਹੀਂ ਆਏਗਾ? ਸਵਾਦ ਨਹੀਂ ਆਏਗਾ। ਕਹਿੰਦੇ ਇਹਨਾਂ ਵਾਕਾਂ ਨੂੰ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਰਵੀ ਦਾ ਨਾਮ ਵਾਰ-ਵਾਰ ਆਇਆ ਕਿ ਜੋ ਭਾਸ਼ਾ ਦੀ ਰਵਾਨਗੀ ਵਿੱਚ ਰੁਕਾਵਟ ਪੈਦਾ ਕਰਦਾ ਹੈ। ਕਹਿੰਦੇ ਜਦੋਂ ਰਵੀ ਦਾ ਜੋ ਯੂਜ਼ ਹੈ ਉਹ ਵਾਰ-ਵਾਰ ਆਇਆ, ਇੱਕ ਵਾਕ ਦੇ ਵਿੱਚ 2 ਵਾਰ ਜਦੋਂ ਰਵੀ ਦਾ ਯੂਜ਼ ਆਇਆ ਤਾਂ ਉੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਜੋ ਰਵੀ ਵਰਡ ਹੈ ਇਹ ਵਾਕਾਂ ਦੀ ਜਿਹੜੀ ਰਵਾਨਗੀ ਹੈ, ਉਹਦੀ ਸੁੰਦਰਤਾ, ਉਹਦੀ ਮੀਨਿੰਗ ਹੈ, ਉਹਦੀ ਸੁੰਦਰਤਾ, ਮੇਨਲੀ ਉਸਦੀ ਰਵਾਨਗੀ, ਉਸਦੀ ਸੁੰਦਰਤਾ ਨੂੰ ਬੇਸਵਾਦਾ ਕਰਦਾ ਹੈ। ਕਹਿੰਦੇ ਨੈਕਸਟ ਹੈ, ਕਹਿੰਦੇ ਪੜ੍ਹਦੇ ਵਕਤ ਇਹ ਸੁਭਾਵਿਕ ਲੱਗਣ ਦੀ ਬਜਾਏ ਬੋਝਲ ਜਿਹਾ ਲੱਗਦਾ ਹੈ, ਕਿਉਂਕਿ ਹੁਣ ਅਸੀਂ ਵਾਰ-ਵਾਰ ਜਦੋਂ ਰਵੀ ਵਰਡ ਨੂੰ ਯੂਜ਼ ਕਰਦੇ ਹਾਂ ਤਾਂ ਥੋੜਾ ਮਤਲਬ ਇੱਕ
ਪੜ੍ਹਨ ਦੇ ਵਿੱਚ ਸਵਾਦ ਜਿਹਾ ਨਹੀਂ ਆਉਂਦਾ, ਇੱਕ ਰਸ ਜਿਹਾ ਪ੍ਰਗਟ ਨਹੀਂ ਹੁੰਦਾ। ਜਦੋਂ ਅਸੀਂ ਇਹਨਾਂ ਦੀ ਜਗ੍ਹਾ ਤੇ ਰਵੀ ਦੇ ਵਰਡ ਦੀ ਜਗ੍ਹਾ ਤੇ ਕੁਝ ਪੜ੍ਹਨਾਵਾਂ ਦੀ ਵਰਤੋਂ ਕਰਾਂਗੇ ਤਾਂ ਉਹਦੇ ਨਾਲ ਕੀ ਹੈ, ਕੁਝ ਪੜ੍ਹਨ ਦੇ ਵਿੱਚ ਇੱਕ ਰਸ ਭਰਿਆ ਚੀਜ਼ ਨੂੰ ਸਿੱਖਣ ਨੂੰ ਜਾਂ ਇੰਟਰਸਟਿੰਗ ਲੱਗੇਗਾ। ਕਹਿੰਦੇ ਰਵੀ ਨੇ ਫੈਸਲਾ ਕਰ ਲਿਆ ਕਿ ਉਹ ਬਹੁਤ ਮਿਹਨਤ ਕਰੇਗਾ ਤੇ ਪਾਸ ਹੋ ਜਾਵੇਗਾ। ਹੁਣ ਤੁਸੀਂ ਇਸ ਵਰਡ ਨੂੰ ਜਦੋਂ ਪੜ੍ਹਦੇ ਹੋ, ਇਸ ਲਾਈਨ ਨੂੰ, ਤਾਂ ਤੁਸੀਂ ਦੇਖੋਗੇ ਉਹ ਯੂਜ਼ ਕੀਤਾ ਗਿਆ ਰਵੀ ਦੀ ਜਗ੍ਹਾ ਤੇ, ਉਸ ਵੀ ਯੂਜ਼ ਕੀਤਾ ਗਿਆ ਰਵੀ ਦੀ ਜਗ੍ਹਾ ਤੇ ਉਸ ਦੇ ਮਾਪੇ ਵੀ ਰਵੀ ਦੀ ਜਗ੍ਹਾ ਤੇ ਹੀ ਯੂਜ਼ ਕੀਤੇ ਗਏ ਨੇ। ਤਾਂ ਇਹ ਕੀ ਨੇ, ਉਹ ਉਸ ਦੇ ਕੀ ਹੋ ਗਏ, ਪੜਨਾਮ ਹੋ ਗਏ। ਉਹ ਸ਼ਬਦ ਜੋ ਨਾਵਾਂ ਦੀ ਜਗ੍ਹਾ ਤੇ ਵਰਤੇ ਜਾਂਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ, ਉਹਨਾਂ ਨੂੰ ਪੜਨਾਮ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ ਜਿਵੇਂ ਹੋ ਗਿਆ ਮੈਂ, ਤੂੰ, ਉਹ, ਅਸੀਂ, ਤੁਸੀਂ, ਮੇਰਾ, ਸਾਡਾ, ਤੁਹਾਡਾ ਆਦਿ, ਇਹ ਸਾਰੇ ਕੀ ਨੇ, ਸਾਡੇ ਪੜਨਾਮ ਨੇ। ਹੁਣ ਪੜਨਾਮ ਜਿਵੇਂ ਨਾਮ ਕਿੰਨੇ ਤਰੀਕੇ ਦੇ ਹੁੰਦੇ ਸੀ, 5, ਉਸੇ ਤਰੀਕੇ ਦੇ ਨਾਲ ਪੜਨਾਮ ਹੁੰਦੇ ਨੇ ਜੀ ਸਾਡੇ 6 ਤਰੀਕੇ ਦੇ। ਬਹੁਤ ਵਾਰ ਐਗਜ਼ਾਮ ਦੇ ਵਿੱਚ ਇਹਦੀਆਂ ਕਿਸਮਾਂ ਬਾਰੇ ਪੁੱਛਿਆ ਜਾਂਦਾ ਹੈ ਕਿ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ, ਤਾਂ ਚੁੱਪ ਚੁਪੀਤੇ ਆਨਸਰ ਕਰੋਗੇ ਕਿ ਪੜਨਾਮ ਦੀਆਂ 6 ਕਿਸਮਾਂ ਹੁੰਦੀਆਂ। ਸਭ ਤੋਂ ਪਹਿਲਾਂ ਆਪਾਂ ਪਹਿਲੀ ਕਿਸਮ ਤੋਂ ਸਟਾਰਟ ਕਰਦੇ ਹਾਂ, ਪੁਰਖਵਾਚਕ ਪੜਨਾਮ। ਠੀਕ ਹੈ ਜੀ, ਜਿਸ ਨੂੰ ਕੀ ਹੈ, ਪਰਸਨਲ ਪ੍ਰਨਾਉਨ ਵੀ ਕਿਹਾ ਜਾਂਦਾ, ਪੁਰਖਵਾਚਕ ਜੋ ਆਪਣੇ ਆਪ ਦੇ ਲਈ ਯੂਜ਼ ਹੁੰਦਾ ਹੋਵੇ। ਦੇਖਦੇ ਹਾਂ, ਕਹਿੰਦੇ ਜਿਹੜੇ ਪੜਨਾਮ ਕੇਵਲ ਵਿਅਕਤੀ ਪੁਰਖਾਂ ਦੇ ਨਾਵਾਂ ਦੀ ਥਾਂ ਤੇ ਵਰਤੇ ਜਾਣ, ਕਹਿੰਦੇ ਉਹ ਪੜਨਾਮ ਜਿਹੜੇ ਸਿਰਫ ਕਿਸੇ ਵਿਅਕਤੀ ਜਾਂ ਪੁਰਖ ਨਾਮ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ, ਉਹਨਾਂ ਨੂੰ ਪੁਰਖਵਾਚਕ ਪੜਨਾਮ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ ਜਿਵੇਂ ਹੋ ਗਿਆ ਮੈਂ, ਮੈਨੂੰ, ਸਾਡਾ, ਅਸੀਂ, ਤੁਸੀਂ, ਤੁਹਾਡਾ, ਉਸਦਾ। ਸੋ ਇਹ ਵਰਡ ਕੀ ਹੋ ਗਏ ਨੇ, ਪੁਰਖਵਾਚਕ ਪੜਨਾਮ, ਸਿਰਫ ਇੱਕ ਇਨਸਾਨਾਂ ਦੇ ਨਾਵਾਂ ਦੇ ਨਾਲ ਵਰਤੇ ਜਾਣ, ਜਿਵੇਂ ਮੈਂ ਹੋ ਗਿਆ, ਤੂੰ ਹੋ ਗਿਆ, ਉਹਦਾ ਹੋ ਗਿਆ, ਇਹ ਸਭ ਕੀ ਹੋ ਗਏ, ਪੜਨਾਮ। ਇਹ ਹੁਣ ਪੁਰਖਵਾਚਕ ਪੜਨਾਮ ਵੀ ਅੱਗੇ 3 ਤਰੀਕੇ ਦਾ ਹੁੰਦਾ। ਪਹਿਲਾ ਉੱਤਮ ਪੁਰਖਵਾਚਕ, ਦੂਜਾ ਮੱਧਮ ਪੁਰਖਵਾਚਕ ਤੇ ਤੀਸਰਾ ਕੀ ਹੋ ਗਿਆ, अन्य पुरखवाचक। हुण इन्हां तिन्नां पुरखवाचक नूं आपां एक एग्जाम्पल नाल गल करते हैं। देखो मैं वां, मैं गल कर रही हाँ रवि दे नाल ते मैं गल करदी हाँ सुरेश दी। ठीक है, मैं गल कर रही हाँ रवि दे नाल ते गल किस दी कर रही हाँ, सुरेश दी। हुण जो मैं गल कर रही हाँ किस दे नाल, रवि दे नाल, तां मैं की हो गया, जो गल कर रही है वो की हो गया, उत्तम पुरख। किसी गलबात दे विच गल करन वाला व्यक्ति की हुंदा है, उत्तम पुरख कहलाउंदा है। मैं गल किस नाल कर रही हाँ, रवि दे नाल गल कर रही हाँ, वो की हो गया, जिदे नाल मैं अपने पढ़ास कढ रही हाँ, जिदे नाल गल कर रही हूँ, हो गया मध्यम पुरख। वाक दे विच जिस व्यक्ति दे नाल गल कीती जांदी है वो की हुंदा है, साडा मध्यम पुरख हुंदा है। मैं गल कर रही हाँ सुरेश बारे, तीसरे इंसान बारे, ਤਾਂ ਉਹ ਕੀ ਹੋ ਗਿਆ, ਵਾਕ ਦੇ ਵਿੱਚ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਉਹ ਹੁੰਦਾ ਹੈ ਸਾਡਾ ਅਨਿਆ ਪੁਰਖ। ਠੀਕ ਹੈ ਜੀ, ਜੋ ਵਾਕ ਦੇ ਵਿੱਚ ਗੱਲ ਕਰ ਰਿਹਾ ਹੈ ਉਹ ਹੋ ਗਿਆ ਉੱਤਮ ਪੁਰਖ, ਜਿਸ ਨਾਲ ਗੱਲ ਕੀਤੀ ਜਾ ਰਹੀ ਹੈ ਉਹ ਹੋ ਗਿਆ ਮੱਧਮ ਪੁਰਖ, ਤੇ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ ਉਹ ਹੋ ਗਿਆ ਵਾਕ ਦੇ ਵਿੱਚ ਅਨਿਆ ਪੁਰਖ। ਸੋ ਵਾਕ ਦੇ ਵਿੱਚ ਕਿੰਨੇ ਪੁਰਖ ਕਿੰਨੇ ਪ੍ਰਕਾਰ ਦੇ ਹੁੰਦੇ ਨੇ, 3। ਪਹਿਲਾਂ ਆਪਾਂ ਗੱਲ ਕੀਤੀ ਉੱਤਮ ਪੁਰਖ, ਕਹਿੰਦੇ ਵਾਕ ਦੇ ਵਿੱਚ जो इंसान गल कर रहा वो कहलाउंदा है उत्तम पुरख। जिवें हो गया असी, मैनू, सानू, साडे, मैथों आदि, मतलब मैं अपने लिए ही जिन्ना वर्ड्स दी यूज करा वो हो गए साडे उत्तम पुरख। नैक्सट आ जांदा मध्यम पुरख, जिस नाल गल कीती जा रही है, जिस नाल गल कीती जा रही है वो हो गया साडा मध्यम पुरख। जिवें तू, तुसी, तैनू, तुहानू, तेरा। सो दूसरे बंदे बारे गल करनी वो हो गया मध्यम पुरख, ते जिस बारे गल कर रहे हैं सुरेश नाल गल, जिस बारे सुरेश की गल कर रहे सी ओनू, ओदा, इन्हां दे ओ की हो गए साडे तीसरा बंदा हो गया अन्या पुरख हो गया। ये हो गया जी साडा पहला पुरखवाचक परिणाम। नैक्सट आ जांदा है जी, इत्थे एग्जाम्पल देख सकते हो, कहंदे मैं तेनू कहा सी कि वो बड़ा चालबाज है। मैं तेनू कहा सी कि वो बड़ा चालबाज है। मैं की हो गया, उत्तम पुरख हो गया। तेनू, मैं तेनू कहा सी, तेनू की हो गया, मध्यम पुरख हो गया। किस बारे कहा सी, उस बारे, तो वो की हो गया, वो अन्य पुरख हो गया। ठीक है जी, तो इस तरीके दे नाल तुहानू फाइंड आउट करन लई एग्जाम दे विच क्वेश्चन आउणगे। नैक्सट आ जांदा है जी सैकेंड टाइप है जी साडे पड़नाव दी, निजवाचक पड़नाव। कहंदे जेड़े पड़नाव वाक विच करता नाल आके उसकी विशेषता दसन। हुण करता की हुंदा है, करता हुंदा है जो व्यक्ति वाक दे विच काम कर रहा उसनू की कहंदे ने, करता कहंदे ने। कहंदे कर
ਕਹਿੰਦਾ ਉਹ ਪੜਨਾਂਵ ਜਿਹੜਾ ਕਰਤਾ ਦੇ ਨਾਲ ਆ ਕੇ ਉਸਦੀ ਕੀ ਦੱਸੇ, ਵਿਸ਼ੇਸ਼ਤਾ ਦੱਸੇ, ਉਸਦੀ ਇੰਪੋਰਟੈਂਸ ਦੱਸੇ, ਉਸਨੂੰ ਕੀ ਕਿਹਾ ਜਾਂਦਾ ਹੈ, ਉਸਨੂੰ ਨਿੱਜਵਾਚਕ ਪੜਨਾਂਵ ਕਿਹਾ ਜਾਂਦਾ ਹੈ। ਫॉर एग्जाम्पल ਤੁਸੀਂ ਆਪ ਉਸ ਨਾਲ ਨਜਿੱਠੋ, ਤੁਸੀਂ ਆਪ ਕੀ ਹੋ ਗਿਆ, ਨਿੱਜਵਾਚਕ ਪੜਨਾਂਵ ਹੋ ਗਿਆ, ਤੁਸੀਂ ਆਪ ਉਸ ਨਾਲ ਨਜਿੱਠੋ। ਕਹਿੰਦੇ ਵਿਦਿਆਰਥੀ ਆਪਸ ਵਿੱਚ ਵਿਚਾਰ ਵਟਾਂਦਰਾ ਕਰਦੇ ਹਨ। ਹੁਣ ਦੇਖੋ ਤੁਸੀਂ ਕੀ ਹੋ ਗਿਆ, ਇੱਥੇ ਕਰਤਾ ਹੋ ਗਿਆ, ਤੁਹਾਡੇ ਨਾਲ ਕੀ ਆ ਗਿਆ, ਇੱਕ ਪੜਨਾਂਵ ਆ ਗਿਆ ਜੋ ਤੁਹਾਡੀ ਵਿਸ਼ੇਸ਼ਤਾ ਦੱਸ ਰਿਹਾ ਕਿ ਤੁਸੀਂ ਆਪ ਉਸ ਨਾਲ ਨਜਿੱਠੋ। ਆਪ ਕੀ ਹੋ ਗਿਆ, ਨਿੱਜਵਾਚਕ ਪੜਨਾਂਵ ਹੋ ਗਿਆ। ਅੱਗੇ ਕਹਿੰਦੇ ਵਿਦਿਆਰਥੀ ਆਪਸ ਵਿੱਚ ਵਿਚਾਰ ਵਟਾਂਦਰਾ ਕਰਨ। ਹੁਣ ਕਰਤਾ ਕੌਣ ਨੇ, ਕਰਤਾ ਨੇ ਵਿਦਿਆਰਥੀ, ਬਟ ਉਹਦੇ ਨਾਲ ਇੱਕ ਪੜਨਾਂਵ ਲਗਾ ਦਿੱਤਾ ਆਪਸ। ਹੁਣ ਉਹ ਵਿਸ਼ੇਸ਼ਤਾ ਦੱਸ ਰਹੇ ਨੇ ਵਿਦਿਆਰਥੀ ਦੀ। ਸੋ ਜੋ ਸ਼ਬਦ ਕਰਤਾ ਦੇ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਦੱਸਣ ਉਸਨੂੰ ਕੀ ਕਹਿੰਦੇ ਨੇ, ਨਿੱਜਵਾਚਕ ਪੜਨਾਂਵ ਕਿਹਾ ਜਾਂਦਾ ਹੈ। ਅੱਗੇ ਗੱਲ ਕਰੀਏ, ਕਹਿੰਦੇ ਪਹਿਲੇ ਵਾਕ ਵਿੱਚ ਆਪ ਕਰਤਾ ਤੁਸੀਂ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਨੇ। ਸੋ ਮੈਂ ਦੱਸ ਚੁੱਕੀ ਹਾਂ ਕਿ ਆਪ ਤੁਸੀਂ ਦੀ ਵਿਸ਼ੇਸ਼ਤਾ ਦੱਸ ਰਿਹਾ ਤੇ ਆਪਸ ਵਿਦਿਆਰਥੀ ਦੀ ਵਿਸ਼ੇਸ਼ਤਾ ਦੱਸ ਰਹੇ ਨੇ। ਸੋ ਉਹ ਸ਼ਬਦ ਜੋ ਕਰਤਾ ਦੇ ਨਾਲ ਆ ਕੇ ਕਰਤਾ ਦੀ ਵਿਸ਼ੇਸ਼ਤਾ ਦੱਸਣ, ਉਹ ਪੜਨਾਂਵ ਉਹਨਾਂ ਨੂੰ ਨਿੱਜਵਾਚਕ ਪੜਨਾਂਵ ਕਿਹਾ ਜਾਂਦਾ ਹੈ। ਤੀਸਰੀ ਟਾਈਪ ਹੈ ਜੀ ਸੰਬੰਧਵਾਚਕ। ਕਹਿੰਦੇ ਉਹ ਸ਼ਬਦ ਜੋ ਪੜਨਾਂਵ ਵੀ ਹੋਣ ਤੇ ਸੰਬੰਧ ਵੀ ਪ੍ਰਗਟ ਕਰਨ ਉਸਨੂੰ ਸੰਬੰਧਵਾਚਕ ਪੜਨਾਂਵ ਕਿਹਾ ਜਾਂਦਾ ਹੈ। ਕਹਿੰਦੇ ਜਿਹੜੇ ਸ਼ਬਦ ਪੜਨਾਂਵ ਵੀ ਹੋਣ ਤੇ ਯੋਜਕ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਨ ਉਸਨੂੰ ਕੀ ਕਿਹਾ ਜਾਂਦਾ ਹੈ, ਸੰਬੰਧਵਾਚਕ ਪੜਨਾਂਵ ਕਿਹਾ ਜਾਂਦਾ ਹੈ। ਐਕਚੁਅਲ ਦੇ ਵਿੱਚ ਹੁਣ ਤਾਂ ਉਹ ਪੜਨਾਂਵ ਬਟ ਇੱਕ ਯੋਜਕ ਦਾ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਨ ਉਸਨੂੰ ਕੀ ਕਿਹਾ ਜਾਂਦਾ ਹੈ, ਸੰਬੰਧਵਾਚਕ ਪੜਨਾਂਵ ਕਿਹਾ ਜਾਂਦਾ ਹੈ। ਜਿਵੇਂ ਆਪਾਂ ਕਹੀਏ ਕਹਿੰਦੇ ਜਿਹੜੇ ਮਿਹਨਤ ਕਰਦੇ ਨੇ ਉਹ ਸਫਲ ਹੁੰਦੇ ਨੇ। ਕਹਿੰਦੇ ਜਿਹੜੇ ਮਿਹਨਤ ਕਰਦੇ ਨੇ, ਹੁਣ ਜਿਹੜਾ ਕੀ ਹੋ ਗਿਆ, ਇੱਕ ਪੜਨਾਂਵ ਹੈ ਬਟ ਇਹ ਵਾਕਾਂ ਨੂੰ ਜੋੜ ਰਿਹਾ ਹੈ। ਕਹਿੰਦੇ ਜਿਹੜੇ ਮਿਹਨਤ ਕਰਦੇ ਨੇ ਉਹੀ ਸਫਲ ਹੁੰਦੇ ਨੇ। ਠੀਕ ਹੈ, ਜਿਹੜੇ ਕੀ ਹੋ ਗਿਆ, ਸੰਬੰਧਵਾਚਕ ਪੜਨਾਂਵ। ਨੈਕਸਟ ਹੈ ਕਹਿੰਦੇ ਜੋ ਆਲਸੀ ਹੁੰਦੇ ਨੇ ਉਹ ਰਹਿ ਜਾਂਦੇ ਨੇ। ਕਹਿੰਦੇ ਜੋ ਆਲਸੀ ਹੁੰਦੇ ਨੇ ਉਹ ਰਹਿ ਜਾਂਦੇ ਨੇ। ਦੋ ਵਾਕਾਂ ਨੂੰ ਕੌਣ ਜੋੜ ਰਹੇ ਨੇ, ਜਿਹੜਾ ਤੇ ਜੋ। ਫਿਰ ਇਹ ਕੀ ਹੋ ਗਏ, ਇਹ ਹੈ ਤਾਂ ਪੜਨਾਂਵ ਬਟ ਇੱਕ ਯੋਜਕ ਦਾ ਕੰਮ ਕਰ ਰਹੇ ਨੇ ਵਾਕਾਂ ਨੂੰ ਜੋੜਨ ਦਾ, ਤਾਂ ਇਹ ਹੋ ਗਏ ਸੰਬੰਧਵਾਚਕ ਪੜਨਾਂਵ। ਨੈਕਸਟ ਆ ਜੀ ਸਾਡਾ ਪ੍ਰਸ਼ਨਵਾਚਕ ਪੜਨਾਂਵ। ਇਹ ਤਾਂ ਤੁਹਾਨੂੰ ਪਤਾ ਹੋਏਗਾ, ਪ੍ਰਸ਼ਨਵਾਚਕ ਪੜਨਾਂਵ ਉਹ ਪੜਨਾਂਵ ਜੋ ਕੁਐਸਚਨ ਕ੍ਰੀਏਟ ਕਰਨ, ਪ੍ਰਸ਼ਨ ਕ੍ਰੀਏਟ ਕਰਨ ਉਸਨੂੰ ਕੀ ਕਹਿੰਦੇ ਨੇ, ਪ੍ਰਸ਼ਨਵਾਚਕ ਪੜਨਾਂਵ। ਤੇ ਜਿਹੜੇ ਸ਼ਬਦ ਪੜਨਾਂਵ ਵੀ ਹੋਣ ਤੇ ਉਹਨਾਂ ਰਾਹੀਂ ਕੁਝ ਪੁੱਛਿਆ ਵੀ ਜਾਵੇ। ਕਹਿੰਦੇ ਉਹ ਸ਼ਬਦ ਜਿਹੜੇ ਹੋਣ ਤਾਂ ਪੜਨਾਂਵ ਬਟ ਉਹਨਾਂ ਦੇ ਦੁਆਰਾ ਕੁਝ ਪੁੱਛਿਆ ਵੀ ਜਾਵੇ ਉਸਨੂੰ ਕੀ ਕਹਿੰਦੇ ਨੇ, ਪ੍ਰਸ਼ਨਵਾਚਕ ਪੜਨਾਂਵ ਕਹਿੰਦੇ ਨੇ। ਫॉर एग्जाम्पल ਕਹਿੰਦੇ ਕੌਣ ਗਾ ਰਿਹਾ ਹੈ। ਦੇਖੋ ਕੌਣ ਕੀ ਹੈ, ਇੱਕ ਪੜਨਾਂਵ ਬਟ ਉਹਨੇ ਕੀ ਕਰਤਾ, ਇੱਕ ਪ੍ਰਸ਼ਨ ਕ੍ਰੀਏਟ ਕਰਤਾ, ਤਾਂ ਇਹ ਹੋ ਗਿਆ ਇੱਕ ਪ੍ਰਸ਼ਨਵਾਚਕ ਪੜਨਾਂਵ। ਕਿਹੜਾ ਸ਼ਰਾਰਤ ਕਰ ਰਿਹਾ ਹੈ। ਕਹਿੰਦੇ ਕਿਹੜਾ ਸ਼ਰਾਰਤ ਕਰ ਰਿਹਾ ਹੈ, ਕੌਣ ਸ਼ਰਾਰਤ ਕਰ ਰਿਹਾ ਹੈ, ਤਾਂ ਕਿਹੜਾ ਕੀ ਹੋ ਗਿਆ, ਸਾਡਾ ਪੜਨਾਂਵ ਹੋ ਗਿਆ। ਹੋਵੇ ਪੜਨਾਂਵ ਬਟ ਉਸ ਰਾਹੀਂ ਕੁਝ ਪੁੱਛਿਆ ਜਾਵੇ ਉਸਨੂੰ ਕਹਿੰਦੇ ਨੇ ਪ੍ਰਸ਼ਨਵਾਚਕ ਪੜਨਾਂਵ ਕਹਿੰਦੇ ਨੇ। ਨੈਕਸਟ ਗੱਲ ਕਰੀਏ ਤਾਂ ਆ ਜਾਂਦਾ ਸਾਡਾ ਨਿਸ਼ਚੈਵਾਚਕ ਪੜਨਾਂਵ। ਨੈਕਸਟ ਹੈ ਜੀ ਸਾਡਾ ਨਿਸ਼ਚੈਵਾਚਕ ਪੜਨਾਂਵ, ਜਿਸ ਉਹ ਪੜਨਾਂਵ ਜਿਨ੍ਹਾਂ ਤੋਂ ਕਿਸੇ ਚੀਜ਼ ਦੀ ਨਿਸ਼ਚਤਾ, ਠੀਕ ਹੈ, ਨਿਸ਼ਚਤਾ ਪ੍ਰਾਪਤ ਹੋਵੇ ਉਸਨੂੰ ਨਿਸ਼ਚੈਵਾਚਕ ਪੜਨਾਂਵ ਕਹਿੰਦੇ ਨੇ। ਕਹਿੰਦੇ ਜਿਹੜੇ ਸ਼ਬਦ ਦੂਰ ਜਾਂ ਨੇੜੇ ਖੜੀ ਦ੍ਰਿਸ਼ਟੀ ਵੱਲ ਇਸ਼ਾਰਾ ਕਰਕੇ ਉਸਦੀ ਥਾਂ ਵਰਤੇ ਗਏ ਹੋਣ ਉਸਨੂੰ ਨਿਸ਼ਚੈਵਾਚਕ। ਦੇਖੋ ਕੋਈ ਚੀਜ਼ ਨੇੜੇ ਖੜੀ ਹੈ, ਦੂਰ ਖੜੀ ਹੈ, ਆਪਾਂ ਕਵਾਂਗੇ ਉਹ ਉਸਦਾ ਘਰ ਹੈ। ਉਹ ਸ਼ਬਦ ਕੀ ਹੋ ਗਿਆ, ਨਿਸ਼ਚੈਵਾਚਕ ਪੜਨਾਂਵ ਹੋ ਗਿਆ ਕਿ ਉਹ ਦੱਸ ਰਿਹਾ ਕਿ ਉਹ ਉਸਦਾ ਘਰ ਹੈ। ਇਹ ਇਸ ਦੀ ਚੇਅਰ ਹੈ, ਇਹ ਕੀ ਹੋ ਗਿਆ, ਇਹ ਹੋ ਗਿਆ ਨਿਸ਼ਚੈਵਾਚਕ, ਜੋ ਦੱਸ ਰਿਹਾ, ਇੰਡੀਕੇਸ਼ਨ ਕਰ ਰਿਹਾ, ਨਿਸ਼ਚੈ ਕਰ ਰਿਹਾ ਕਿ ਇਹ ਇਸ ਦੀ ਹੀ ਚੇਅਰ ਹੈ, ਇਹੀ ਇਸ ਦੀ ਚੇਅਰ ਹੈ, ਇਹ ਮੇਰਾ ਘਰ, ਉਹ ਉਸ ਦਾ ਘਰ ਹੈ, ਉੱਥੇ ਅਸੀਂ ਗਏ ਸੀ, ਇੱਥੇ ਅਸੀਂ ਰਹਿ ਰਹੇ ਹਾਂ। ਸੋ ਇਹ ਵਰਡ ਕੀ ਹੋ ਗਏ ਸਾਡੇ, ਨਿਸ਼ਚੈਵਾਚਕ ਪੜਨਾਂਵ ਹੋ ਗਏ। ਜਿਵੇਂ ਉਹ ਮੋਹਨ ਦਾ ਘਰ ਹੈ, ਇਹ ਮੇਰਾ ਘਰ ਹੈ। ਸੋ ਇਹ ਤੇ ਉਹ ਕੀ ਕਰ ਰਹੇ ਨੇ, ਨਿਸ਼ਚੈ ਦਰਸਾ ਰਹੇ ਨੇ, ਪੜਨਾਂਵ ਨੇ, ਨਿਸ਼ਚੈਵਾਚਕ ਪੜਨਾਂਵ ਕਿਹਾ ਜਾਂਦਾ ਇਹਨਾਂ ਨੂੰ। ਨੈਕਸਟ ਗੱਲ ਕਰੀਏ, ਨਿਸ਼ਚੈਵਾਚਕ ਦੇ ਵਿੱਚ ਵੀ ਅੱਗੇ ਟਾਈਪਸ ਆ ਜਾਂਦੀਆਂ, ਜਿਵੇਂ ਨਿਕਟਵਰਤੀ ਨਿਸ਼ਚੈਵਾਚਕ ਤੇ ਦੂਰਵਰਤੀ। ਜਿਵੇਂ ਆਪਾਂ ਗੱਲ ਕਰ ਚੁੱਕੇ, ਅਗਰ ਗੱਲ ਕੀਤੀ ਜਾਵੇ ਇਹ ਇੱਥੇ, ਇਹ ਹੋ ਗਏ ਨਿਕਟਵਰਤੀ ਨਿਸ਼ਚੈਵਾਚਕ ਪੜਨਾਂਵ, ਤੇ ਜੇ ਉਹ ਉੱਥੇ, ਉਹ ਦੂਰਵਰਤੀ ਨਿਸ਼ਚੈਵਾਚਕ ਪੜਨਾਂਵ ਹੁੰਦੇ ਨੇ। ਠੀਕ ਹੈ ਜੀ, ਸੋ ਸੈਂਸ ਕ੍ਰੀਏਟ ਨਾਲ ਹੀ ਤੁਹਾਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਜਾਂਦੀ ਹੈ। ਨੈਕਸਟ ਹੈ ਜੀ ਸਾਡਾ ਅਨਿਸ਼ਚੈਵਾਚਕ ਪੜਨਾਂਵ। ਕਹਿੰਦੇ ਉਹ
ਪੜਨਾਂਵ ਜਿਨ੍ਹਾਂ ਤੋਂ ਕਿਸੇ ਚੀਜ਼ ਦੀ ਗਿਣਤੀ ਮਿਣਤੀ ਜਾਂ ਨਿਸ਼ਚੇ ਦੀ ਇੱਕ ਮਾਤਰਾ ਦਾ ਪਤਾ ਨਾ ਲੱਗੇ ਉਸਨੂੰ ਅਨਿਸ਼ਚੈਵਾਚਕ ਪੜਨਾਂਵ ਕਹਿੰਦੇ ਨੇ। ਕਹਿੰਦੇ ਉਹ ਪੜਨਾਂਵ ਜਿਹੜੇ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਦੱਸਣ, ਠੀਕ ਹੈ, ਜਿਹੜੇ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਦੱਸਣ ਬਟ ਐਕੂਰੇਟ ਨਾ ਦੱਸਣ। ਕਹਿੰਦੇ ਅੰਦਾਜ਼ਾ ਤਾਂ ਦੱਸਣ ਪਰ ਉਸਦੀ ਸਹੀ ਗਿਣਤੀ ਨਾ ਦੱਸਣ, ਉਸਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਅਨਿਸ਼ਚੈਵਾਚਕ ਪੜਨਾਂਵ ਕਿਹਾ ਜਾਂਦਾ ਹੈ। ਇੱਕ ਆਈਡੀਆ ਤਾਂ ਦੱਸ ਦੇਣ ਬਟ ਐਕੂਰੇਸੀ ਨਾ ਦੱਸਣ, ਉਸਨੂੰ ਅਨਿਸ਼ਚੈਵਾਚਕ ਪੜਨਾਂਵ ਕਿਹਾ ਜਾਂਦਾ ਹੈ। ਜਿਵੇਂ ਬਹੁਤ ਸਾਰੇ ਬੱਚੇ ਪੜ੍ਹ ਰਹੇ ਨੇ, ਹੁਣ ਸਾਨੂੰ ਕੀ ਪਤਾ 10 ਪੜ੍ਹ ਰਹੇ ਨੇ, 100 ਪੜ੍ਹ ਰਹੇ ਨੇ, 4 ਪੜ੍ਹ ਰਹੇ ਨੇ, ਬਟ ਇਹ ਪਤਾ ਬਹੁਤ ਸਾਰੇ ਬੱਚੇ ਪੜ੍ਹ ਰਹੇ ਨੇ, ਸੋ ਬਹੁਤ ਕੀ ਹੋ ਗਿਆ? ਅਨਿਸ਼ਚੈਵਾਚਕ ਪੜਨਾਂਵ। ਨੈਕਸਟ ਹੈ ਕਹਿੰਦੇ ਕੁਝ ਖੇਡ ਰਹੇ ਹਨ, ਕਹਿੰਦੇ ਕੁਝ ਖੇਡ ਰਹੇ ਨੇ, ਸਾਨੂੰ ਕੀ ਪਤਾ 10 ਖੇਡ ਰਹੇ ਨੇ, 100 ਖੇਡ ਰਹੇ ਹੈ, 50 ਖੇਡ ਰਹੇ ਨੇ, ਸਾਨੂੰ ਗਿਣਤੀ ਨਹੀਂ ਪਤਾ ਬਟ ਇੱਕ ਆਈਡੀਆ ਪਤਾ ਕਿ ਕੁਝ ਕੁ ਬੱਚੇ ਕੀ ਕਰ ਰਹੇ ਨੇ? ਖੇਡ ਰਹੇ ਨੇ। ਸੋ ਜੋ ਆਈਡੀਆ ਤਾਂ ਦੱਸਣ ਬਟ ਪੂਰੀ ਐਕੂਰੇਸੀ ਨਾ ਦੱਸਣ, ਉਸਨੂੰ ਕੀ ਕਹਿੰਦੇ ਨੇ? ਅਨਿਸ਼ਚੈਵਾਚਕ ਪੜਨਾਂਵ ਕਿਹਾ ਜਾਂਦਾ ਹੈ। ਨੈਕਸਟ ਆਪਾਂ ਪੰਜਾਬ ਦੇ ਪਿਛਲੇ ਸਾਲਾਂ ਦੇ ਵਿੱਚ ਪੜਨਾਂਵ ਦੇ ਵਿੱਚੋਂ ਜਿੰਨੇ ਕੁਐਸਚਨ ਪੁੱਛੇ ਗਏ ਨੇ ਉਹਨਾਂ ਨੂੰ ਡਿਸਕਸ ਕਰਾਂਗੇ, ਜੋ ਤੁਹਾਡੇ ਐਗਜ਼ਾਮ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਰਹਿਣਗੇ। ਠੀਕ ਹੈ ਜੀ। ਸੋ ਫਸਟ ਕੁਐਸਚਨ ਨੂੰ ਡਿਸਕਸ ਕਰਦੇ ਹਾਂ। ਫਸਟ ਕੁਐਸਚਨ ਹੈ ਕਹਿੰਦੇ ਸਥੂਲ ਵਸਤਾਂ ਲਈ ਕਿਹੜੇ ਪੁਰਖ ਦੀ ਪੜਨਾਂਵ ਵਰਤੋਂ ਕੀਤੀ ਜਾਂਦੀ ਹੈ? ਸੌਰੀ, ਕਹਿੰਦੇ ਸਥੂਲ ਵਸਤਾਂ ਲਈ ਕਿਹੜੇ ਪੁਰਖ ਦੀ ਵਰਤੋਂ ਕੀਤੀ ਜਾਂਦੀ ਹੈ? ਸਥੂਲ ਵਸਤਾਂ ਦੇ ਲਈ ਤਾਂ ਆਨਸਰ ਹੋਏਗਾ ਤੀਸਰੇ ਪੁਰਖ ਦੀ। ਕਿਹਦੀ? ਤੀਸਰੇ ਅਨਿਆ ਪੁਰਖ ਦੀ। ਸਥੂਲ ਵਸਤਾਂ ਦੇ ਲਈ ਅਨਿਆ ਪੁਰਖ ਦੀ ਕੀ ਕੀਤੀ ਜਾਂਦੀ ਹੈ? ਵਰਤੋਂ ਕੀਤੀ ਜਾਂਦੀ ਹੈ। ਨੈਕਸਟ ਹੈ ਜੀ ਕਹਿੰਦੇ ਵਾਕ ਵਿੱਚ ਗੱਲ ਕਰਨ ਵਾਲੇ ਵਿਅਕਤੀ ਨੂੰ ਕੀ ਕਿਹਾ ਜਾਂਦਾ ਹੈ? ਕਹਿੰਦਾ ਜਿਹੜਾ ਵਾਕ ਦੇ ਵਿੱਚ ਗੱਲ ਕਰ ਰਿਹਾ। ਆਪਾਂ ਪੁਰਖਵਾਚਕ ਪੜਨਾਂਵ ਨੂੰ ਕੀਤਾ ਸੀ ਤੇ ਉਹਦੇ ਵਿੱਚ ਕਿਹਾ ਸੀ ਇੱਕ ਗੱਲ ਕਰਨ ਵਾਲਾ ਵਿਅਕਤੀ, ਦੂਸਰਾ ਜਿਹਦੇ ਨਾਲ ਗੱਲ ਹੋ ਰਹੀ ਹੈ, ਤੀਸਰਾ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ। ਹੁਣ ਇਹਨਾਂ ਨੇ ਪੁੱਛਿਆ ਕਿ ਜਿਹੜਾ ਗੱਲ ਕਰ ਰਿਹਾ ਵਿਅਕਤੀ, ਜਿਵੇਂ ਮੈਂ ਵਾਂ, ਉਹ ਕਿਹੜਾ ਵਿਅਕਤੀ ਕਹਿਲਾਉਂਦਾ ਹੈ? ਉਹ ਹੁੰਦਾ ਹੈ ਜੀ ਸਾਡਾ ਉੱਤਮ ਪੁਰਖ। ਜਿਸ ਨਾਲ ਗੱਲ ਕੀਤੀ ਜਾਵੇ ਉਹ ਮੱਧਮ ਪੁਰਖ, ਜਿਸ ਬਾਰੇ ਗੱਲ ਕੀਤੀ ਜਾਵੇ ਉਹ ਹੁੰਦਾ ਹੈ ਜੀ ਸਾਡਾ ਅਨਿਆ ਪੁਰਖ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ ਹੈ ਕਹਿੰਦੇ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਆ ਕੇ ਵਰਤੇ ਜਾਣ ਉਸਨੂੰ ਕੀ ਕਿਹਾ ਜਾਂਦਾ ਹੈ? ਦੇਖੋ ਇੰਨੀ ਥਿਓਰੀ ਪੜਨ ਤੋਂ ਬਾਅਦ ਇਸ ਕੁਐਸਚਨ ਦਾ ਅਗਰ ਆਂਸਰ ਨਹੀਂ ਦੇ ਸਕੇ ਫਿਰ ਕੋਈ ਫਾਇਦਾ ਨਹੀਂ ਹੈ। ਬਹੁਤ ਈਜ਼ੀ, ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਜਿਹੜੇ ਸ਼ਬਦ ਨਾਮ ਦੀ ਜਗ੍ਹਾ ਤੇ ਵਰਤੇ ਜਾਣ ਉਹਨਾਂ ਨੂੰ ਪੜਨਾਂਵ ਕਿਹਾ ਜਾਂਦਾ ਹੈ। ਨੈਕਸਟ ਹੈ ਕਹਿੰਦੇ ਪੜਨਾਂਵ ਦੀਆਂ ਕਿਸਮਾਂ ਦੱਸੋ। ਮੈਂ ਹੁਣੇ ਕਰਕੇ ਆਈ ਹਾਂ ਕਿ ਪੜਨਾਂਵ ਕਿੰਨੇ ਤਰੀਕੇ ਦੇ ਹੁੰਦੇ ਨੇ। ਪਹਿਲਾਂ ਨਾਮ ਯਾਦ ਰੱਖਣਾ ਕਿ ਨਾਮ 5 ਤਰੀਕੇ ਦੇ ਤੇ ਪੜਨਾਂਵ ਹੁੰਦੇ ਨੇ ਜੀ ਸਾਡੇ 6 ਤਰੀਕੇ ਦੇ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ ਸਾਡਾ ਕਹਿੰਦੇ ਵਾਕ ਵਿੱਚ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਕੀ ਕਹਿੰਦੇ ਨੇ? ਉਹੀ ਈਜ਼ੀ ਕੁਐਸਚਨ ਹੈ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਇਸ ਕੁਐਸਚਨ ਦਾ ਆਨਸਰ। ਆਲਰੇਡੀ ਮੈਂ ਡਿਸਕਸ ਕਰਵਾ ਚੁੱਕੀ ਹਾਂ। ਕਹਿੰਦੇ ਪ੍ਰਸ਼ਨਵਾਚਕ ਪੜਨਾਂਵ ਸੁਣੋ। ਕਹਿੰਦੇ ਉਹ ਪੜਨਾਂਵ ਜਿਨ੍ਹਾਂ ਦੇ ਦੁਆਰਾ ਉਹ ਜੋ ਪੜਨਾਂਵ ਵੀ ਹੋਣ, ਕਹਿੰਦੇ ਉਹ ਸ਼ਬਦ ਜਿਹੜੇ ਪੜਨਾਂਵ ਵੀ ਹੋਣ ਤੇ ਉਹਨਾਂ ਦੁਆਰਾ ਕੁਝ ਪੁੱਛਿਆ ਵੀ ਜਾਵੇ ਉਸਨੂੰ ਪ੍ਰਸ਼ਨਵਾਚਕ ਪੜਨਾਂਵ ਕਹਿੰਦੇ ਨੇ। ਦੇਖੋ ਉਹਦੇ ਦੁਆਰਾ ਤਾਂ ਕੁਝ ਨਹੀਂ ਪੁੱਛਿਆ ਜਾਂਦਾ, ਕਿਹੜਾ ਗਾ ਰਿਹਾ ਹੈ, ਕਿਹੜਾ ਸੋ ਰਿਹਾ ਹੈ, ਦੇਖੋ ਹੈ ਪੜਨਾਂਵ ਬਟ ਕੀ ਕਰ ਰਿਹਾ? ਇਹ ਕੁਝ ਪੁੱਛ ਰਿਹਾ। ਆਪਸ਼ਨ ਸੀ ਇਜ਼ ਆ ਰਾਈਟ ਆਂਸਰ। ਸੋ ਨੈਕਸਟ ਮੂਵ ਕਰਦੇ ਹਾਂ। ਕਹਿੰਦੇ ਤੁਸੀਂ, ਮੇਰਾ, ਸਾਡਾ ਸ਼ਬਦ ਕੀ ਨੇ? ਆਲਰੇਡੀ ਆਪਾਂ ਡਿਸਕਸ ਕਰ ਰਹੇ ਹਾਂ। ਤੁਸੀਂ, ਸਾਡਾ, ਮੇਰਾ ਕੀ ਨੇ? ਇਹ ਸਭ ਕੀ ਨੇ? ਆਪਸ਼ਨ ਬੀ ਇਜ਼ ਆ ਰਾਈਟ ਆਂਸਰ। ਇਹ ਸਭ ਪੜਨਾਂਵ ਨੇ। ਇਹ ਪਿਛਲੇ ਸਾਲਾਂ ਦੇ ਵਿੱਚ ਕੁਐਸਚਨ ਇਸ ਤਰੀਕੇ ਦੇ ਨਾਲ ਪੁੱਛੇ ਗਏ ਨੇ। ਜਦੋਂ ਮੈਂ ਸਟਾਰਟਿੰਗ ਕੀਤੀ ਸੀ ਉਦੋਂ ਮੈਂ ਇੱਕ ਕੁਐਸਚਨ, ਦੇਖੋ ਇੱਕ ਗੱਲਬਾਤ ਕੀਤੀ ਸੀ ਕਿ ਵਾਕਾਂ ਵਿੱਚ ਪੜਨਾਂਵ ਵਰਤਣ ਦੇ ਲਾਭ ਕੀ ਹੁੰਦੇ ਨੇ, ਕੀ ਐਡਵਾਂਟੇਜਸ ਹੈ ਜਦੋਂ ਅਸੀਂ ਨਾਵਾਂ ਦੀ ਜਗ੍ਹਾ ਤੇ ਪੜਨਾਂਵ ਦਾ ਯੂਜ਼ ਕਰਦੇ ਹਾਂ। ਕਹਿੰਦੇ ਡੀ ਆਪਸ਼ਨ ਨੂੰ ਪੜੋ। ਕਹਿੰਦੇ ਨਾਮ ਨੂੰ ਵਾਰ-ਵਾਰ ਦੁਹਰਾਉਣਾ ਨਹੀਂ ਪੈਂਦਾ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਕਹਿੰਦੇ ਨਾਵਾਂ ਨੂੰ ਨਾ ਰਵੀ ਵਾਰ-ਵਾਰ ਦੁਹਰਾਉਣਾ ਨਹੀਂ ਪੈਂਦਾ। ਸੋ ਉਹਨਾਂ ਦੀ ਜਗ੍ਹਾ ਆਪਾਂ ਪੜਨਾਂਵ ਯੂਜ਼ ਕਰ ਲੈਂਦੇ ਹਾਂ। ਨੈਕਸਟ ਹੈ ਕਹਿੰਦੇ ਮੈਂ, ਤੂੰ, ਉਹ ਸ਼ਬਦ ਕੀ ਨੇ? ਵੀ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਇਹ ਵੀ ਤੁਹਾਨੂੰ ਕੀ ਲੱਗਦੇ ਨੇ? ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਮੈਂ, ਤੂੰ, ਉਹ ਸ਼ਬਦ ਕੀ ਹੁੰਦੇ ਨੇ। ਬਹੁਤ ਈਜ਼ੀ ਜਿਹਾ, ਮੈਂ ਆਲਰੇਡੀ ਡਿਸਕਸ ਕਰਵਾ ਚੁੱਕੀ ਹਾਂ। ਨੈਕਸਟ ਹੈ ਕਹਿੰਦੇ ਲਕੀਰੀਆਂ ਸ਼ਬਦ ਵਿੱਚ ਸ਼ਬਦ ਸ਼੍ਰੇਣੀ ਨਾਲ ਸੰਬੰਧ ਰੱਖਦਾ ਹੈ। ਦੇਖੋ ਇਹਦੇ 'ਚ ਹੈ ਕਹਿੰਦੇ ਉਹ ਮੁੰਡਾ ਮੇਰਾ ਭਰਾ ਹੈ, ਤਾਂ ਇਹ ਦੱਸੋ ਕੀ ਹੈ? ਉਹ ਕੀ ਹੈ? ਉਹ ਕੀ ਹੈ? ਲਕੀਰਾ ਸ਼ਬਦ ਹੈ ਜੀ ਉਹ ਹੈ ਜੀ ਸਾਡਾ ਪੜਨਾਂਵ। ਨਾਮ ਦੀ ਜਗ੍ਹਾ ਤੇ ਵਰਤਿਆ ਹੋਇਆ ਸ਼ਬਦ ਕੀ ਹੈ ਜੀ? ਸਾਡਾ ਪੜਨਾਂਵ ਹੈ। ਨੈਕਸਟ ਕਹਿੰਦੇ ਉਹ ਸਕੂਲ ਦੇ ਪ੍ਰਿੰਸੀਪਲ ਹਨ, ਵਾਕ ਵਿੱਚ ਕਿਹੜਾ ਪੜਨਾਂਵ ਦਰਸਾਉਂਦਾ ਹੈ? ਹੁਣ ਕਹਿੰਦੇ ਉਹ ਸਕੂਲ ਦੇ ਪ੍ਰਿੰਸੀਪਲ ਨੇ। ਉਹ ਕੀ ਨੇ? ਸਕੂਲ ਦੇ ਪ੍ਰਿੰਸੀਪਲ ਨੇ। ਇੱਕ ਬੰਦੇ ਵੱਲ ਇੰਡੀਕੇਸ਼ਨ ਕੀਤੀ ਜਾ ਰਹੀ ਹੈ।
ਆਈਡੀਆ ਦੱਸਿਆ ਜਾ ਰਿਹਾ, ਇੰਡੀਕੇਸ਼ਨ ਦਿੱਤੀ ਜਾ ਰਹੀ ਹੈ, ਦੈਟ ਮੀਨਸ ਜੋ ਕੀ ਨੇ ਨਿਸ਼ਚੈਵਾਚਕ ਪੜਨਾਮ ਨੇ ਕਿ ਉਹੀ ਸਕੂਲ ਦੇ ਕੀ ਨੇ ਪ੍ਰਿੰਸੀਪਲ। ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ ਜਿਸ ਪੜਨਾਮ ਵਿੱਚ ਆਪ ਸ਼ਬਦ ਜੁੜਿਆ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ। ਆਪਾਂ ਕੁਐਸਚਨ ਪਿੱਛੇ ਪੜ੍ਹ ਕੇ ਆਏ ਸੀ ਕਿ ਤੁਸੀਂ ਆਪ ਨਜਿੱਠੋ, ਜਿੱਥੇ ਕਰਤਾ ਦੇ ਨਾਲ ਪੜਨਾਮ ਆ ਕੇ ਉਸਦੀ ਵਿਸ਼ੇਸ਼ਤਾ ਦੱਸੇ ਕਰਤਾ ਦੀ, ਤੁਸੀਂ ਆਪ ਨਜਿੱਠੋ, ਉਹ ਕਿਹੜੇ ਹੁੰਦੇ ਨੇ ਜੀ, ਉਹ ਹੁੰਦੇ ਨੇ ਸਾਡੇ ਨਿਜਵਾਚਕ। ਕਿਹੜੇ ਹੁੰਦੇ ਨੇ ਜੀ, ਉਹ ਹੁੰਦੇ ਨੇ ਸਾਡੇ ਨਿਜਵਾਚਕ ਪੜਨਾਮ। ਨੈਕਸਟ ਆਪਾਂ ਗੱਲ ਕਰੀਏ, ਨੈਕਸਟ ਹੈ ਜੀ ਸਾਡਾ, ਕਹਿੰਦੇ ਵਾਕ ਵਿੱਚ ਨਾਂਵ ਦੀ ਥਾਂ ਤੇ ਵਰਤਣ ਵਾਲੇ ਸ਼ਬਦ ਨੂੰ ਕੀ ਕਹਿੰਦੇ ਨੇ, ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਨੈਕਸਟ ਹੈ ਕਹਿੰਦੇ ਤੁਸੀਂ ਮੇਰਾ ਸਾਡਾ ਸ਼ਬਦ, ਇਹ ਵੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਕਿ ਤੁਸੀਂ ਸਾਡਾ ਮੇਰਾ ਸ਼ਬਦ ਕੀ ਹੁੰਦੇ ਨੇ, ਇਹ ਨੇ ਜੀ ਸਾਡੇ ਪੜਨਾਮ। ਆਪਸ਼ਨ ਸੀ ਇਜ਼ ਅ ਰਾਈਟ ਆਨਸਰ, ਇਹ ਕੀ ਨੇ ਸਾਡੇ ਪੜਨਾਮ ਕਹਿਲਾਉਂਦੇ ਨੇ। ਨੈਕਸਟ ਹੈ ਕਹਿੰਦੇ ਕਿਹੜਾ ਰੌਲਾ ਪਾਉਂਦਾ ਹੈ, ਵਾਕ ਵਿੱਚ ਕਿਹੜਾ ਸ਼ਬਦ ਕੀ ਹੈ। ਦੇਖੋ ਮੈਂ ਦੱਸਿਆ ਸੀ ਕਿ ਉਹ ਸ਼ਬਦ ਜਿਹੜੇ ਪੜਨਾਮ ਵੀ ਹੋਣ ਤੇ ਉਹਨਾਂ ਦੁਆਰਾ ਕੁਝ ਪੁੱਛਿਆ ਵੀ ਜਾਵੇ। ਇੱਥੇ ਪੁੱਛਿਆ ਕਿ ਕਿਹੜਾ ਰੌਲਾ ਪਾਉਂਦਾ ਹੈ, ਤਾਂ ਕਿਹੜਾ ਰੌਲਾ ਪਾਉਂਦਾ ਹੈ, ਤੇ ਇਹ ਹੋ ਗਏ ਜੀ ਆਪਸ਼ਨ ਬੀ, ਇਹਦੇ ਦੁਆਰਾ ਕੋਈ ਕੁਐਸਚਨ ਪੁੱਛਿਆ ਗਿਆ ਹੈ, ਪ੍ਰਸ਼ਨ ਪੁੱਛਿਆ ਗਿਆ ਹੈ, ਇਹ ਹੋ ਗਿਆ ਸਦਾ ਪ੍ਰਸ਼ਨਵਾਚਕ ਪੜਨਾਮ। ਨੈਕਸਟ ਹੈ ਕਹਿੰਦੇ ਪੁਰਖਵਾਚਕ ਪੜਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਨੇ। ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਪੁਰਖਵਾਚਕ ਪੜਨਾਮ 3 ਤਰੀਕੇ ਦੇ ਹੁੰਦੇ ਨੇ। ਕਿਹੜੇ ਕਿਹੜੇ? ਉੱਤਮ ਪੁਰਖ, ਮੱਧਮ ਪੁਰਖ ਤੇ ਅਨਿਆ ਪੁਰਖ ਵਾਚਕ ਪੜਨਾਮ। ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ ਨਿਮਨ ਦਰਜ ਵਿੱਚ ਪੜਨਾਮ ਕਿਹੜਾ ਹੈ। ਸ਼ੀਲਾ ਦਾ ਸੁਨੇਹਾ ਆਇਆ ਤੇ ਉਹ ਅੱਜ ਨਹੀਂ ਆਵੇਗੀ। ਕਹਿੰਦੇ ਇਹਦੇ ਵਿੱਚ ਪੜਨਾਮ ਕਿਹੜਾ ਹੈ, ਠੀਕ ਹੈ। ਕਹਿੰਦੇ ਸ਼ੀਲਾ ਦਾ ਸੁਨੇਹਾ ਆਇਆ ਕਿ ਉਹ ਅੱਜ ਨਹੀਂ ਆਵੇਗੀ, ਦੈਟ ਮੀਨਸ ਉਹ ਕੀ ਹੋ ਗਿਆ, ਉਹ ਹੋ ਗਿਆ ਸਾਡਾ ਪੜਨਾਮ। ਤੇ ਨੈਕਸਟ ਗੱਲ ਕਰੀਏ, ਕਹਿੰਦੇ ਹੇਠ ਲਿਖਿਆ ਵਿੱਚੋਂ ਕਿਹੜਾ ਨਿਸ਼ਚੈਵਾਚਕ ਪੜਨਾਮ ਹੈ। ਨਿਸ਼ਚੈ ਹੁੰਦਾ ਹੈ ਜਿਸ ਦੀ ਪਤਾ ਹੋਵੇ, ਉਹ, ਠੀਕ ਹੈ। ਉਹ ਕਹਿੰਦੇ ਉਹ ਦੇ ਨਾਲ ਕੁਝ ਵੀ ਲਾ ਲਓ, ਉਹ ਉਸਦਾ ਘਰ ਹੈ, ਠੀਕ ਹੈ। ਉਹ ਹੋ ਗਿਆ ਨਿਸ਼ਚੈ, ਹੋ ਗਿਆ ਕਿਸੇ ਚੀਜ਼ ਦੀ ਨਿਸ਼ਚੈਤਾ ਪ੍ਰਗਟ ਕਰੇ ਕਿ ਉਹੀ ਚੀਜ਼ ਹੈ। ਨੈਕਸਟ ਹੈ ਕਹਿੰਦੇ ਪੁਰਖਵਾਚੀ ਪੜਨਾਮ ਕਿਹੜਾ ਨਹੀਂ ਹੈ। ਪੁਰਖਵਾਚੀ, ਦੇਖੋ ਪੁਰਖਵਾਚੀ ਕੀ ਹੁੰਦਾ ਹੈ, ਮੈਂ, ਮੇਰਾ, ਅਸੀਂ, ਕੋਈ ਤਾਂ ਨਹੀਂ ਹੁੰਦਾ। ਆਪਸ਼ਨ ਸੀ ਇਜ਼ ਅ ਰਾਈਟ ਆਨਸਰ। ਸੌਰੀ, ਪੁਰਖਵਾਚੀ ਪੜਨਾਮ ਪੁੱਛਿਆ ਹੋਇਆ, ਵੇਟ ਕਹਿੰਦੇ ਪੁਰਖਵਾਚੀ, ਬਿਲਕੁਲ ਸਹੀ, ਬਿਲਕੁਲ ਸਹੀ। ਕਹਿੰਦੇ ਮੈਂ, ਤੂੰ, ਅਸੀਂ, ਕੋਈ ਸ਼ਬਦ ਪੁਰਖਵਾਚੀ ਪੜਨਾਮ ਨਹੀਂ ਹੈ, ਠੀਕ ਹੈ। ਉੱਤਮ ਪੁਰਖ ਹੈ ਮੈਂ, ਤੂੰ ਕੀ ਹੈ ਜੀ ਮੱਧਮ ਪੁਰਖ, ਠੀਕ ਹੈ। ਅਸੀਂ ਵੀ ਕੀ ਹੈ, ਉੱਤਮ ਪੁਰਖ। ਨੈਕਸਟ ਹੈ ਕਹਿੰਦੇ ਹੇਠ ਲਿਖਿਆ ਵਿੱਚੋਂ ਕਿਹੜਾ ਅਨਿਸ਼ਚੈਵਾਚਕ ਪੜਨਾਮ ਨਹੀਂ ਹੈ। ਅਨਿਸ਼ਚੈ ਹੁੰਦਾ ਹੈ ਕਿ ਸਾਨੂੰ ਆਈਡੀਆ ਤਾਂ ਪਤਾ ਲੱਗ ਜੇ ਬਟ ਉਹਦੀ ਐਗਜ਼ੈਕਟ ਚੀਜ਼ ਨਾ ਪਤਾ ਲੱਗੇ, ਤਾਂ ਉਹ ਕੀ ਹੋ ਗਿਆ, ਅਨਿਸ਼ਚੈਵਾਚਕ। ਕਹਿੰਦੇ ਕੁਝ ਕੁ ਲੋਕ ਕੀ ਕਰ ਰਹੇ ਨੇ, ਪੜ ਰਹੇ ਨੇ, ਕੁਝ ਕੁ ਲੋਕ ਕੀ ਕਰ ਰਹੇ ਨੇ, ਖੇਡ ਰਹੇ ਨੇ, ਬਟ ਸਾਨੂੰ ਐਗਜ਼ੈਕਟਲੀ ਨਹੀਂ ਪਤਾ ਕਿ ਕਿੰਨੇ ਲੋਕ ਨੇ, ਤਾਂ ਉਹ ਕੀ ਹੋ ਗਿਆ, ਅਨਿਸ਼ਚੈਵਾਚਕ। ਨੈਕਸਟ ਹੈ ਕਹਿੰਦੇ ਲਕੀਰੇ ਸ਼ਬਦ ਵਿੱਚ ਪੜਨਾਮ ਦੀ ਕਿਸਮ ਦੱਸੋ ਕਿਹੜੀ ਹੈ। ਕਹਿੰਦੇ ਜਿਹੜੇ ਮਿਹਨਤ ਕਰਦੇ ਨੇ, ਇਸ ਪੜਨਾਮ ਦੀ ਕਿਸਮ ਦੱਸਣੀ ਹੈ ਤੁਸੀਂ। ਜਿਹੜੇ ਮਿਹਨਤ ਕਰਦੇ ਨੇ ਉਹ ਸਫਲ ਹੁੰਦੇ ਨੇ। ਕਹਿੰਦੇ ਜਿਹੜੇ ਪੜਨਾਮ ਤਾਂ ਹੋਣ ਬਟ ਇੱਕ ਯੋਜਕ ਦੀ ਤਰ੍ਹਾਂ ਵਾਕਾਂ ਨੂੰ ਜੋੜਨ ਦਾ ਕੰਮ ਕਰਨ, ਉਸ ਨੂੰ ਕਿਹੜਾ ਕਹਿੰਦੇ ਨੇ, ਉਸ ਨੂੰ ਸੰਬੰਧਵਾਚਕ ਪੜਨਾਮ ਕਿਹਾ ਜਾਂਦਾ ਹੈ। ਕਿਹੜੇ ਵਾਚਕ ਪੜਨਾਮ ਕਿਹਾ ਜਾਂਦਾ ਹੈ, ਸੰਬੰਧਵਾਚਕ ਪੜਨਾਮ ਕਿਹਾ ਜਾਂਦਾ ਹੈ। ਨੈਕਸਟ ਹੈ ਕਹਿੰਦੇ ਲਕੀਰੇ ਸ਼ਬਦਾਂ ਵਿੱਚ ਕਿਸ ਸ਼ਬਦ ਸ਼੍ਰੇਣੀ ਨਾਲ ਸੰਬੰਧ ਰੱਖਦਾ ਹੈ। ਕਹਿੰਦੇ ਉਹ ਮੁੰਡਾ ਮੇਰਾ ਭਰਾ ਹੈ। ਇਹ ਤੁਸੀਂ ਦੱਸੋਗੇ ਮੈਨੂੰ ਕਮੈਂਟ ਕਰਕੇ ਕਿ ਇਹ ਕੀ ਹੈ, ਇਹ ਨਾਮ ਹੈ, ਪੜਨਾਮ ਹੈ ਕਿ ਵਿਸ਼ੇਸ਼ਣ ਹੈ ਕਿ ਸੰਬੰਧਕ ਹੈ। ਨੈਕਸਟ ਹੈ ਕਹਿੰਦੇ ਹੇਠ ਲਿਖੇ ਵਿੱਚੋਂ ਕਿਹੜਾ ਨਿਜਵਾਚਕ ਪੜਨਾਮ ਨਹੀਂ ਹੈ। ਨਿਜ ਕੀ ਹੁੰਦਾ ਹੈ, ਜੋ ਕਰਤਾ ਦੇ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਦੱਸੇ। ਕਹਿੰਦੇ ਮੈਂ, ਮੁੰਡੇ, ਅਸੀਂ, ਉਹ। ਮੁੰਡੇ ਇਜ਼ ਨੋਟ ਆ ਕੋਈ ਵਿਸ਼ੇਸ਼ਤਾ ਦੱਸਣ ਵਾਲਾ ਵਰਡ ਨਹੀਂ, ਇੱਕ ਨਾਮ ਹੈ ਜੀ, ਠੀਕ ਹੈ। ਇੱਕ ਆਮ ਨਾਮ ਹੈ। ਸੋ ਨੈਕਸਟ ਕਰੀਏ, ਕਹਿੰਦੇ ਇਹ ਬੜਾ ਸੋਹਣਾ ਚਿੱਤਰ ਹੈ, ਵਾਕ ਵਿੱਚ ਕਿਸ ਤਰ੍ਹਾਂ ਦਾ ਪੜਨਾਮ ਹੈ। ਇਹ ਕਹਿੰਦੇ ਇਹ ਬੜਾ ਸੋਹਣਾ ਚਿੱਤਰ ਹੈ, ਆਪਾਂ ਇੱਕ ਇੰਡੀਕੇਸ਼ਨ ਦੇਤਾ ਵੀ ਇਹ ਵਾਲਾ ਚਿੱਤਰ ਬਹੁਤ ਸੋਹਣਾ ਹੈ, ਦੈਟ ਮੀਨਸ ਇਹ ਕੀ ਹੋ ਗਿਆ, ਇੱਕ ਨਿਸ਼ਚੈਵਾਚਕ ਪੜਨਾਮ ਹੋ ਗਿਆ। ਆਪਸ਼ਨ ਬੀ ਇਜ਼ ਅ ਰਾਈਟ ਆਨਸਰ। ਨੈਕਸਟ ਗੱਲ ਕਰੀਏ, ਕਹਿੰਦੇ ਤੂੰ, ਤੁਸੀਂ ਅਤੇ ਤੇਰਾ ਕਿਸ ਤਰ੍ਹਾਂ ਦੇ ਪੁਰਖਵਾਚਕ ਪੜਨਾਮ ਨੇ। ਕਹਿੰਦੇ ਤੂੰ, ਤੇਰਾ ਤੇ ਤੁਸੀਂ। ਦੇਖੋ ਮੈਂ ਕਹਿ ਰਹੀ ਹਾਂ ਰਵੀ ਨੂੰ ਤੂੰ, ਤੇਰਾ ਤੇ ਤੁਸੀਂ, ਦੈਟ ਮੀਨਸ ਉਹ ਕਿਹੜਾ ਹੋ ਗਿਆ, ਜਿਹਦੇ ਨਾਲ ਮੈਂ ਗੱਲ ਕਰ ਰਹੀ ਹਾਂ। ਆਪਸ਼ਨ ਬੀ, ਉਹ ਹੋ ਗਿਆ ਸਾਡਾ ਮੱਧਮ ਪੁਰਖਵਾਚਕ ਪੜਨਾਮ। ਨੈਕਸਟ ਗੱਲ ਕਰੀਏ, ਕਹਿੰਦੇ ਉਹ ਲੋਕੀ ਸੁਖੀ ਵਸਦੇ ਹਨ
ਜੋ ਸੰਤੋਖੀ ਜੀਵਨ ਨਾਲ ਬਤੀਤ ਕਰਦੇ ਹਨ। ਵਾਕ ਵਿੱਚ ਸੰਬੰਧਕ, ਦੇਖੋ ਉਹ ਸ਼ਬਦ ਜੋ ਜੋ ਪੜਨਾਵ ਤਾਂ ਹੋਵੇ ਬਟ ਜੋਜਕ ਦੀ ਤਰ੍ਹਾਂ ਵਾਕਾਂ ਨੂੰ ਜੋੜੇ, ਉਹ ਕੀ ਹੁੰਦੇ ਨੇ? ਉਹ ਹੁੰਦੇ ਨੇ ਜੀ ਸਾਡੇ ਸੰਬੰਧਕ ਵਾਚਕ ਪੜਨਾਮ। ਮਤਲਬ ਇੱਥੇ ਆ ਗਿਆ ਜੀ ਆਪਸ਼ਨ ਸੀ ਜੋ। ਠੀਕ ਹੈ, ਕੀ ਆ ਗਿਆ? ਜੋ। ਨੈਕਸਟ ਹੈ ਕਹਿੰਦੇ ਇਹ ਸਕੂਟਰ ਹੈ, ਇਸ ਕਥਨ ਵਿੱਚ ਕਿਹੜੀ ਤਰ੍ਹਾਂ ਦਾ ਪੜਨਾਮ ਹੈ? ਕਹਿੰਦੇ ਇਹ ਸਕੂਟਰ ਹੈ ਬਈ, ਕਹਿੰਦੇ ਆ ਸਕੂਟਰ ਹੈ, ਇਹ ਕੁਰਸੀ ਥੋੜੀ ਹੈ, ਸਕੂਟਰ ਹੈ। ਆਪਾਂ ਇੰਡੀਕੇਸ਼ਨ ਦੇ ਰਹੇ ਹਾਂ ਇਹ ਸਕੂਟਰ ਹੈ, ਦੈਟ ਮੀਨਸ ਇਹ ਕੀ ਹੋ ਗਿਆ? ਇਹ ਹੋ ਗਿਆ ਸਾਡਾ ਨਿਸ਼ਚੈ ਦੇ ਰਹੇ ਹਾਂ ਕਿ ਇਹੀ ਸਕੂਟਰ ਹੈ। ਇਹ ਹੋ ਗਿਆ ਸਾਡਾ ਨਿਸ਼ਚੈਵਾਚਕ ਪੜਨਾਮ। ਨੈਕਸਟ ਹੈ ਕਹਿੰਦੇ ਕਿਹੜੇ ਨਿਸ਼ਚੈਵਾਚਕ ਪੜਨਾਮ ਹੈ? ਕਹਿੰਦੇ ਕਿਹੜਾ ਨੀਚੇ ਦਿੱਤਾ ਜੋ ਜਿਹੜਾ ਨਿਸ਼ਚੈਵਾਚਕ ਪੜਨਾਮ ਹੈ? ਕਹਿੰਦੇ ਬਹੁਤ, ਬਟ ਬਹੁਤ ਸਾਨੂੰ ਕੀ ਪਤਾ ਉਹਦਾ ਨਿਸ਼ਚੈ ਹੋ ਗਿਆ। ਕੋਈ ਸਾਨੂੰ ਕੀ ਪਤਾ ਕੀ ਹੈ? ਉਹ ਅਨਿਸ਼ਚੈ ਹੋ ਗਿਆ। ਕਹਿੰਦੇ ਇਹ ਮੇਰਾ ਘਰ ਹੈ, ਇਹ ਮੇਰੀ ਕੁਰਸੀ ਹੈ, ਇਹ ਮੇਰਾ ਸਕੂਟਰ ਹੈ, ਇਹ ਮੇਰਾ ਵਾਈਟ ਬੋਰਡ ਹੈ, ਇਹ ਮੇਰਾ ਪੈਨ ਹੈ। ਇਹ ਕੀ ਹੋ ਗਿਆ? ਨਿਸ਼ਚੈ ਹੋ ਗਿਆ। ਇਹ ਹੋ ਗਏ ਸਾਡੇ ਨਿਸ਼ਚੈਵਾਚਕ ਪੜਨਾਮ। ਨੈਕਸਟ ਵਾਲਾ ਤੁਸੀਂ ਦੱਸੋਗੇ ਕਿ ਅਸੀਂ, ਤੁਸੀਂ, ਮੈਂ ਤੇ ਤੂੰ ਕੀ ਨੇ? ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਹੈ। ਨੈਕਸਟ ਹੈ ਕਹਿੰਦੇ ਕਿਹੜਾ ਪ੍ਰਸ਼ਨਵਾਚਕ ਪੜਨਾਮ ਨਹੀਂ ਹੈ? ਉਹ ਕਿਹੜਾ ਪੜਨਾਮ ਹੈ ਜਿਹਦੇ ਦੁਆਰਾ ਕੋਈ ਕੁਐਸਚਨ ਨਾ ਪੁੱਛਿਆ ਜਾਵੇ? ਕਹਿੰਦੇ ਕੌਣ, ਕਿਹੜਾ, ਕਿਹਨੂੰ, ਬਟ ਜਿਹੜਾ ਤਾਂ ਅਸੀਂ ਆਨਸਰ ਦੇਵਾਂਗੇ ਨਾ। ਜਿਹੜਾ ਐਵੇਂ ਨਹੀਂ ਕਰਦਾ, ਜਿਹੜਾ ਉਹ ਨਹੀਂ ਕਰਦਾ, ਜਿਹੜਾ ਐਵੇਂ ਨਹੀਂ ਕਰਦਾ, ਠੀਕ ਹੈ, ਇਹ ਕੀ ਹੋ ਗਿਆ? ਸਾਡਾ ਪ੍ਰਸ਼ਨਵਾਚਕ ਪੜਨਾਮ ਨਹੀਂ ਹੈ। ਨੈਕਸਟ ਹੈ ਜੀ ਕਹਿੰਦੇ ਹੇਠ ਲਿਖਿਆ ਵਿੱਚੋਂ ਕਿਹੜਾ ਪੜਨਾਮ ਦੀ ਕਿਸਮ ਨਹੀਂ ਹੈ? ਦੇਖੋ ਆਪਾਂ ਕਿਸਮਾਂ ਪੜ੍ਹੀਆਂ ਨੇ, ਅੱਜ ਪੁਰਖਵਾਚਕ ਪੜਨਾਮ ਪੜ੍ਹਿਆ, ਠੀਕ ਹੈ ਜੀ। ਆਪਾਂ ਨਿਸ਼ਚੈਵਾਚਕ ਪੜਨਾਮ ਕੀਤਾ, ਆਪਾਂ ਨਿਸ਼ਚੈ ਕੀਤਾ, ਆਪਾਂ ਨਿਸ਼ਚੈ ਕੀਤਾ। ਇਹਦੇ ਚ ਦੇਖਿਆ ਜਾਵੇ ਪੁਰਖ ਵੀ ਕਰ ਲਿਆ, ਆਪਾਂ ਨਿਸ਼ਚੈ ਵੀ ਕਰ ਲਿਆ, ਪ੍ਰਸ਼ਨ ਵੀ ਕਰ ਲਿਆ। ਭਾਵਵਾਚਕ ਕੀ ਹੈ? ਇੱਕ ਨਾਮ ਹੈ, ਨਾ ਕਿ ਇੱਕ ਕੀ ਹੈ? ਪੜਨਾਮ। ਆਪਸ਼ਨ ਡੀ ਇਜ਼ ਅ ਰਾਈਟ ਆਂਸਰ। ਸੋ ਨੈਕਸਟ ਹੈ ਕਹਿੰਦੇ ਕੋਈ ਗੀਤ ਗਾ ਰਿਹਾ ਹੈ, ਵਾਕ ਕੋਈ ਕਿਸ ਤਰ੍ਹਾਂ ਦਾ ਪੜਨਾਮ ਹੈ? ਕਹਿੰਦੇ ਕੋਈ ਗੀਤ ਗਾ ਰਿਹਾ, ਸਾਨੂੰ ਕੀ ਪਤਾ ਕੌਣ ਗੀਤ ਗਾ ਰਿਹਾ? ਕੋਈ ਗੀਤ ਗਾ ਰਿਹਾ। ਜਦੋਂ ਸਾਨੂੰ ਪਤਾ ਹੈ ਭਾਈ ਕੋਈ ਗੀਤ ਤਾਂ ਗਾ ਰਿਹਾ ਬਟ ਪਤਾ ਨਹੀਂ ਹੈ ਕੌਣ ਗਾ ਰਿਹਾ, ਕੋਈ ਅਨਿਸ਼ਚੈਵਾਚਕ ਪੜਨਾਮ ਕਹਿਲਾਉਂਦਾ ਹੈ। ਆਪਸ਼ਨ ਏ ਇਜ਼ ਅ ਰਾਈਟ ਆਂਸਰ। ਸੋ ਇਸ ਦੇ ਨਾਲ ਹੀ ਸਾਡਾ ਪੂਰਾ ਪੜਨਾਮ ਵਿਦ MCQ ਕਵਰ ਹੁੰਦਾ ਹੈ। ਹੋਪਫੁਲੀ ਤੁਹਾਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਸਮਝ ਆਇਆ ਹੋਵੇਗਾ। ਥੈਂਕ ਯੂ ਸੋ ਮਚ।